ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਦਾ ਸਵਾਗਤ ਹੈ। ਮੈਂ ਕਵਿਤਾ ਸਿੰਘ ਹਾਜ਼ਰ ਸਾਡੇ ਅੱਜ ਦੇ ਸਟੱਡੀ ਵੀਜ਼ਾ ਐਕਸਪਰਟ ਦੇ ਨਾਲ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਸਿੰਘ ਪਾਟਿਆ। ਤੇ ਦੋਸਤੋ ਅੱਜ ਇੱਕ ਵਾਰ ਫਿਰ ਤੋਂ ਜੀ ਯਾਨੀ ਕਿ ਜਿਹੜੇ ਸਾਡੇ ਸਵਾਲ ਹੈਗੇ ਨੇ ਉਹ ਕਾਫੀ ਟਾਈਮ ਤੋਂ ਯਾਨੀ ਕਿ ਹੁਣ ਲਟਕਦੇ ਆ ਰਹੇ ਨੇ ਮੇਰੇ ਖਿਆਲ ਦੇ ਵਿੱਚ, ਜਿੱਥੋਂ ਤੱਕ ਕਿ ਇੰਤਜ਼ਾਰ ਜਿਹੜਾ ਨਾ ਉਹ ਲੰਬਾ ਹੁੰਦਾ ਜਾ ਰਿਹਾ ਕਿ ਅਸੀਂ ਸੁਣਦੇ ਆ ਰਹੇ ਸੀ ਜੀ VFS ਓਪਨ ਹੋ ਜਾਣਗੀਆਂ ਜਾਂ ਐਮਬੈਸੀ ਜਿਹੜੀ ਹੈਗੀ ਹੈ ਉਹ ਓਪਨਲੀ ਕੰਮ ਕਰਨਾ ਆਪਣਾ ਸ਼ੁਰੂ ਕਰ ਦੇਵੇਗੀ। ਤੇ ਇਸ ਦੇ ਨਾਲ ਜੀ ਕੈਨੇਡਾ ਸਟੱਡੀ ਵੀਜ਼ਾ ਨਵੇਂ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਹੈਗੇ ਨੇ ਉਹ ਵੀ ਜ਼ਰੂਰ ਇੱਕ ਵਾਰ ਫਿਰ ਤੋਂ ਡਿਸਕਸ ਕਰਾਂਗੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੇ ਜਾਣਾਂਗੇ ਜੀ ਨਵੀਆਂ ਅਪਡੇਸ਼ਨਸ ਕੰਟਰੀਜ਼ ਨੂੰ ਲੈ ਕੇ ਕੀ ਕਹਿ ਰਹੇ ਨੇ ਜੀ, ਚਾਹੇ ਉਹ ਕੈਨੇਡਾ ਹੈਗੀ ਹੈ, ਚਾਹੇ UK ਹੈ ਤੇ ਚਾਹੇ ਆਸਟ੍ਰੇਲੀਆ। ਤੇ ਸਾਡੇ ਨਾਲ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਪਾਟਿਆ। ਸਰ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਜਸਮੀਤ ਸਰ, ਜਦੋਂ ਮੈਂ ਹੁਣੇ ਕਹਿ ਕੇ ਹਟੀ ਕਿ ਵੀ ਇੰਤਜ਼ਾਰ ਕਿਤੇ ਨਾ ਕਿਤੇ ਲੰਬਾ ਹੁੰਦਾ ਜਾ ਰਿਹਾ ਸੀ, VFS ਓਪਨ ਹੋਣ ਦੀ ਗੱਲ ਕਰ ਰਹੇ ਸੀਗੇ, ਬਟ ਹਜੇ ਵੀ ਸਟੂਡੈਂਟਸ ਦਾ ਜਿਹੜਾ ਸਵਾਲ ਹੈ ਲਗਾਤਾਰ ਇਹੀ ਬਣਿਆ ਹੋਇਆ ਵੀ ਮੈਡਮ VFS ਕਦੋਂ ਓਪਨ ਹੋਣਗੀਆਂ। ਸਾਡੇ ਕਈਆਂ ਦੇ ਫਿੰਗਰਪ੍ਰਿੰਟਸ ਜਿਹੜੇ ਹੈਗੇ ਨੇ ਉਹ ਰਹਿ ਗਏ ਨੇ, ਫਾਈਲ ਜਿਹੜੀ ਉਹ ਐਮਬੈਸੀ ਵਿੱਚ ਪਹੁੰਚੀ ਹੋਈ ਹੈ ਬਟ ਹਜੇ ਤੱਕ ਰਿਜ਼ਲਟ ਨਹੀਂ ਆਇਆ। ਕੀ ਬਣੇਗਾ ਸਾਡਾ? ਸੋ ਰਿਜ਼ਲਟਸ ਆ ਰਹੇ ਨੇ ਪਰ ਸਲੋ ਆ ਰਹੇ ਨੇ। ਮਤਲਬ ਜਿਹੜੇ VFS ਜਿਹੜੇ ਪਹਿਲੀ ਗੱਲ ਤਾਂ ਹਾਈ ਕਮਿਸ਼ਨ ਆਫਿਸਿਸ ਦੀ ਗੱਲ ਕਰਦੇ ਆ। ਸੋ ਹਾਈ ਕਮਿਸ਼ਨ ਆਫਿਸਿਸ ਜਿਹੜੇ ਲੋਕਲੀ ਆਪਰੇਟ ਹੁੰਦੇ ਸੀ, ਦੇਖੋ ਉਹ ਸਾਰੇ ਬੰਦ ਹੈ। ਸਿਰਫ ਬੈਂਗਲੌਰ ਆਫਿਸ ਹੈ ਜਿਹੜਾ ਆਪਰੇਟ ਕਰ ਰਿਹਾ, ਬਟ ਹਾਈ ਕਮਿਸ਼ਨਸ ਆਨਲਾਈਨ ਕੰਮ ਕਰ ਰਹੀ ਹੈ। ਆਪਣਾ ਜਿੰਨੀਆਂ ਵੀ ਫਾਈਲਸ ਤੇ ਰਿਜ਼ਲਟਸ ਹੈਗੇ ਆ ਤਾਂ ਉਹਨਾਂ ਦੇ ਆਨਲਾਈਨ ਕੰਮ ਕਰ ਰਹੀ ਹੈ। ਸੋ ਰਿਜ਼ਲਟਸ ਆ ਰਹੇ ਨੇ ਪਰ ਬਹੁਤ ਘੱਟ ਆ ਰਹੇ ਨੇ। ਮਤਲਬ ਕਿ ਹਫਤੇ 'ਚ ਕਹਿ ਲਓ 3-4 ਰਿਜ਼ਲਟ ਆ ਰਹੇ ਆ। ਜਿੱਥੇ ਅਸੀਂ ਕਹੋ ਕਿ 25-30 ਹਜ਼ਾਰ ਫਾਈਲ ਪੈਂਡਿੰਗ ਹੋਏਗੀ, ਉੱਥੇ ਰਿਜ਼ਲਟਸ ਬਹੁਤ ਹੀ ਸਲੋ ਆ ਰਹੇ ਨੇ। ਸੋ ਜਿਵੇਂ ਕਿ ਮੈਂ ਕਹਿੰਦਾ ਆ ਰਿਹਾ ਕਿ ਜੁਲਾਈ ਮਹੀਨੇ ਤੋਂ ਲੱਗਦਾ ਹੈ ਕਿ ਫਾਸਟਰ ਵੀਜ਼ਾ ਪ੍ਰੋਸੈਸਿੰਗ ਹੋਏਗੀ, ਕਿਉਂਕਿ ਜਿਨ੍ਹਾਂ ਨੇ ਸਪਟੈਂਬਰ ਇਨਟੇਕ ਦੀਆਂ ਆਨਲਾਈਨ ਕਲਾਸਿਸ ਲਗਾਉਣੀਆਂ ਉਹ ਵੀਜ਼ੇ ਤੋਂ ਬਿਨਾਂ ਨਹੀਂ ਲਾ ਸਕਦੇ। ਸੋ 90% ਉਹ ਵੀਜ਼ੇ ਤੋਂ ਬਿਨਾਂ ਨਹੀਂ ਲਾ ਸਕਦੇ। ਸੋ ਕਿਉਂਕਿ ਵੀਜ਼ਾ ਐਮਬੈਸੀ ਦੇਗੀ ਤਾਂ ਹੀ ਸਟੂਡੈਂਟ ਆਨਲਾਈਨ ਕਲਾਸਿਸ ਲਗਾਏਗਾ, ਚਾਹੇ ਉਹ ਕੈਨੇਡਾ ਹੈ ਚਾਹੇ ਉਹ ਇੰਡੀਆ ਹੈ। ਸੋ ਵੀਜ਼ਾ ਅਪਰੂਵਲ ਦੀ ਲੋੜ ਹੈਗੀ ਹੈ ਆਨਲਾਈਨ ਕਲਾਸਿਸ ਲਈ। ਸੋ ਸਾਰੇ ਸਟੂਡੈਂਟਸ ਨੂੰ ਮੇਰੀ ਇਹੀ ਗਾਈਡੈਂਸ ਰਹੇਗੀ ਕਿ ਆਪਾਂ ਪੈਨਿਕ ਨਹੀਂ ਕਰਨਾ, ਆਪਾਂ ਵੇਟ ਕਰਨੀ ਹੈ। ਔਰ ਐਮਬੈਸੀ ਵੀਜ਼ਾ ਦੇਗੀ ਸਪਟੈਂਬਰ ਇਨਟੇਕ ਲਈ, ਔਰ ਜੁਲਾਈ ਤੋਂ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਸੁਧਾਰ ਆਉਣਾ ਸ਼ੁਰੂ ਹੋ ਜਾਏਗਾ ਵੀਜ਼ਾ ਅਪਰੂਵਲ 'ਚ। ਹੁਣ ਰਹੀ ਗੱਲ ਬਾਇਓਮੈਟ੍ਰਿਕ ਨੂੰ ਲੈ ਕੇ, ਸੀ ਹੋ ਸਕਦਾ ਹੈ ਕਿ ਬਾਇਓਮੈਟ੍ਰਿਕਸ ਵੀ ਸਟੂਡੈਂਟਸ ਦੇ ਨਾ ਹੋਣ, ਇੱਥੋਂ ਨਾ ਹੋਣ ਔਰ ਕੈਨੇਡਾ ਜਾ ਕੇ ਹੋਣ ਬਾਇਓਮੈਟ੍ਰਿਕਸ, ਕੈਨੇਡਾ ਪਹੁੰਚ ਕੇ ਬਾਇਓਮੈਟ੍ਰਿਕਸ ਹੋਣ। ਇਸੇ ਕਰਕੇ VFS ਓਪਨ ਨਹੀਂ ਹੋ ਰਹੇ, ਬਿਕੋਜ਼ ਇਸ ਚੀਜ਼ ਤੇ ਡਿਸੀਜਨ ਲਿੱਤਾ ਜਾ ਰਿਹਾ ਕਿ ਬਾਇਓਮੈਟ੍ਰਿਕ ਸਟੂਡੈਂਟ ਦੇ ਹੋਣੇ ਵੀ ਹੈ ਕਿ ਨਹੀਂ ਹੋਣੇ। ਸੋ ਇਸ ਦੇ ਉੱਤੇ ਬਹੁਤ ਵੱਡੀ ਕਨਫਿਊਜ਼ਨ ਬਣੀ ਹੋਈ ਹੈ ਕਿ ਬਾਇਓਮੈਟ੍ਰਿਕ ਸਟੂਡੈਂਟਸ ਦੇ ਹੋਣਗੇ ਕਿ ਨਹੀਂ ਹੋਣਗੇ। ਦੂਸਰੀ ਚੀਜ਼ ਦੀ ਗੱਲ ਕਰੀਏ ਕਿ VFS ਨੂੰ ਲੈ ਕੇ VFS ਨੇ ਪੂਰੀ ਕੋਸ਼ਿਸ਼ ਕੀਤੀ ਸੀ ਕਿ 30 ਜੂਨ ਤੋਂ ਬਾਅਦ 30 ਜੂਨ ਨੂੰ ਓਪਨ ਕਰ ਦਈਏ VFS ਨੂੰ, ਬਟ ਕੁਝ ਅੜਚਨਾ ਕਰਕੇ, ਸਰਕਾਰ ਤੋਂ ਅੜਚਨਾ ਕਰਕੇ VFS ਓਪਨ ਨਹੀਂ ਹੋ ਪਾ ਰਿਹਾ। ਔਰ 10 ਜੁਲਾਈ ਨੂੰ ਉਮੀਦ ਹੈ ਕਿ VFS ਓਪਨ ਹੋਏਗਾ, ਕਿਉਂਕਿ ਬਾਕੀ ਸਾਰੇ ਦੇਸ਼ਾਂ ਵਿੱਚ ਜਿਵੇਂ ਅਸੀਂ ਦੁਬਈ ਦੀ ਗੱਲ ਕਰੀਏ, ਆਸਟ੍ਰੇਲੀਆ ਦੀ ਗੱਲ ਕਰੀਏ, ਤਾਂ VFS ਕੈਨੇਡਾ ਓਪਨ ਹੋ ਚੁੱਕਿਆ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਦੇਖਿਆ ਜਾ ਰਿਹਾ ਕਿ ਕਿਉਂਕਿ ਫਾਈਲ ਜਿਹੜੀ ਪੈਂਡੈਂਸੀ ਪਈ ਹੋਈ ਸੀ ਉਹ ਸਾਰੀ ਬਹੁਤ ਵੱਡੇ ਨੰਬਰਸ ਹੈਗੇ ਆ। ਇਮੀਗ੍ਰੇਸ਼ਨ ਤੇ ਆਪਣੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈਗਾ ਉਹ ਫਾਈਲ ਤੇ ਰਿਜ਼ਲਟ ਦੇਣਾ। ਸੋ ਸਾਰੀਆਂ ਚੀਜ਼ਾਂ ਨੂੰ ਲੈ ਕੇ ਦਿਖਦਾ ਹੈ ਕਿ ਜੁਲਾਈ ਵਿੱਚ ਇੱਕ ਬਹੁਤ ਅੱਛਾ ਮਹੀਨਾ ਹੋਣਾ ਚਾਹੀਦਾ ਸਟੂਡੈਂਟਸ ਵਾਸਤੇ। ਜਿਵੇਂ ਤੁਹਾਨੂੰ ਪਤਾ ਹੀ ਹੋਏਗਾ ਕਿ ਯੂਰੋਪੀਅਨ VFS ਸੈਂਟਰ ਸਾਰੇ ਓਪਨ ਹੋ ਗਏ ਸੀ। ਉਹਨਾਂ ਨੇ ਕੀ ਕਿਹਾ ਕਿ ਜਿੰਨੇ ਪਾਸਪੋਰਟਸ ਜਿਹੜੇ ਪੈਂਡਿੰਗ ਪਏ ਸੀ ਪਹਿਲਾਂ, ਉਹ ਕਹਿੰਦੇ ਕਿ ਅਸੀਂ ਉਹ ਕਲੀਅਰ ਕਰਾਂਗੇ ਔਰ ਨਾਰਮਲ ਆਪਰੇਸ਼ਨ ਦੇ ਆਰ ਟੇਕਿੰਗ ਫਰਮ 11th ਜੁਲਾਈ ਅਸੀਂ ਨਾਰਮਲ ਆਪਰੇਸ਼ਨਸ ਵੀ ਸ਼ੁਰੂ ਕਰ ਦਾਂਗੇ। ਕਿਉਂਕਿ ਅੱਜ ਦੀ ਡੇਟ 'ਚ ਐਮਬੈਸੀ ਵਿੱਚ VFS ਵਿੱਚ ਬਹੁਤ ਸਾਰੇ ਪੁਰਾਣੇ ਪਾਸਪੋਰਟ ਪਏ ਸੀ ਜਦੋਂ ਲੋਕਡਾਊਨ ਹੋਇਆ। ਸੋ ਪਹਿਲਾਂ ਉਹ ਸਾਰੇ ਉਹ ਕਲੀਅਰ ਕਰ ਦੇਣਗੇ। ਉਹ ਪਾਸਪੋਰਟ ਬੈਕ ਸਰਵਿਸਿਜ਼ ਉਹਨਾਂ ਨੇ ਸਟਾਰਟ ਕਰਤੀਆਂ ਐਂਡ ਦੇ ਆਰ ਸੇਇੰਗ ਫਰਮ 11th ਜੁਲਾਈ ਅਸੀਂ ਸਾਰੇ VFS ਨਾਰਮਲ ਰੂਟੀਨ ਤੇ ਓਪਨ ਕਰ ਦਾਂਗੇ ਜੀ। ਅੱਛਾ, ਇੱਕ ਜਿੱਦਾਂ ਫੇਸਬੁੱਕ ਦੇ ਉੱਪਰ ਵੀ ਸਵਾਲ ਸਾਡੇ ਵਿਦਿਆਰਥੀ ਦਾ ਕਾਫੀ ਵਾਰ ਉਹਨਾਂ ਨੇ ਪੁੱਛਿਆ ਕਿ ਹਾਂਜੀ ਤੁਸੀਂ ਮੇਰਾ ਸਵਾਲ ਡਿਸਕਸ ਨਹੀਂ ਕੀਤਾ। ਕਿਸੇ ਦੇ ਕੋਲੇ ਉਹਨਾਂ ਨੇ ਫਾਈਲ ਅਪਲਾਈ ਕਰਵਾਈ ਤੇ ਹੁਣ ਕੰਸਲਟੈਂਟ ਉਹਨੂੰ ਕਹਿ ਰਿਹਾ ਵੀ ਤੂੰ ਆਪਣਾ ਜਿਹੜੀ ਆਨਲਾਈਨ ਕਲਾਸ ਹੈ ਉਹ ਲਗਾਉਣਾ ਸ਼ੁਰੂ ਕਰ ਦੇ। ਉਹ ਕਹਿੰਦਾ ਮੈਡਮ ਹਜੇ ਤਾਂ ਮੇਰੀ ਰਿਜ਼ਲਟ ਦਾ ਤਾਂ ਪਤਾ ਨਹੀਂ ਵੀ ਕੀ ਆਣਾ ਹੈਗਾ। ਸੀ ਇਹਦੇ ਉੱਤੇ ਮੈਂ ਇੱਕ ਅਪਡੇਟ ਦੇਣਾ ਚਾਹਾਂਗਾ ਕਿ ਕੁਝ ਯੂਨੀਵਰਸਿਟੀਆਂ ਨੇ ਮੈਂ ਤੁਹਾਨੂੰ ਜਿਵੇਂ ਅਲਗੋਮਾ ਯੂਨੀਵਰਸਿਟੀ ਨੂੰ ਨਾਰਥ ਇੰਡੀਆ ਵਿੱਚ ਸਿਰਫ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟਲੀ ਰਿਪਰੈਜ਼ੈਂਟ ਕਰਦਾ। ਓਕੇ। ਸੋ ਅਲਗੋਮਾ ਯੂਨੀਵਰਸਿਟੀ ਨੇ ਇਹ ਕਿਹਾ ਕਿ ਜੇ ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਸਟਾਰਟ ਕਰ ਲੈਂਦੇ ਹੋ, ਚਾਹੇ ਆਨਲਾਈਨ ਕਲਾਸਿਸ ਹੈ ਚਾਹੇ EAP ਹੈਗੇ, ਜੇ ਤੁਸੀਂ ਆਨਲਾਈਨ ਸਟਾਰਟ ਕਰ ਲੈਂਦੇ ਹੋ ਤਾਂ ਵੀ ਵਿਲ ਨਾਟ ਚਾਰਜ ਐਨੀ ਮਨੀ। ਸੋ ਦੈਟ ਇਜ਼ ਫ੍ਰੀ ਆਫ ਕਾਸਟ। ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ, ਜਿਵੇਂ ਕਿ ਉਹ $300 ਕੱਟਦੇ ਆ ਵੀਜ਼ਾ ਰਿਫਿਊਜ਼ਲ ਦੇ ਕੇਸ 'ਚ,
ਉਹ ਕੱਟ ਕੇ ਤੁਹਾਡੀ ਫੀਸ ਪੂਰੀ ਵਾਪਸ ਕਰ ਦੇਣਗੇ। ਬਟ ਹੋਰ ਕੋਈ ਯੂਨੀਵਰਸਿਟੀ ਨੇ ਇਦਾਂ ਦਾ ਅਪਡੇਟ ਨਹੀਂ ਦਿੱਤਾ ਹੈਗਾ ਕਿ ਫ੍ਰੀ 'ਚ ਕਲਾਸਾਂ ਲੱਗਣਗੀਆਂ। ਇੱਕ ਸਟੈਨਬਰਗ ਕਾਲਜ ਹੈਗਾ ਵੈਨਕੂਵਰ ਦਾ, ਉਹਨਾਂ ਨੇ ਵੀ ਇਹੀ ਅਪਡੇਟ ਕੀਤਾ ਕਿ ਤੁਸੀਂ ਫ੍ਰੀ 'ਚ ਕਲਾਸਿਸ ਲਗਾ ਸਕਦੇ ਹੋ, ਪਰ ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਂਦਾ ਤਾਂ ਪੂਰੇ ਪੈਸੇ ਵਾਪਸ ਹੋ ਜਾਣਗੇ। ਬਟ ਕੋਈ ਵੀ ਸਰਕਾਰੀ ਹੋਰ ਕਿਸੇ ਸਰਕਾਰੀ ਕਾਲਜ ਨੇ ਇਦਾਂ ਦਾ ਅਪਡੇਟ ਨਹੀਂ ਦਿੱਤਾ ਹੈ ਕਿ ਸਾਰੇ ਪੈਸੇ ਮੁੜਨਗੇ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣਾ ਵੀਜ਼ਾ ਅਪਰੂਵ ਹੋ ਜਾਂਦਾ ਤਾਂ ਹੀ ਤੁਸੀਂ ਆਨਲਾਈਨ ਕਲਾਸਿਸ ਲਗਾਓ, ਔਰ ਜੇ ਤੁਹਾਡਾ ਯੂਨੀਵਰਸਿਟੀ ਜਾਂ ਕਾਲਜ ਤੁਹਾਨੂੰ ਫ੍ਰੀ 'ਚ ਪੜ੍ਹਾ ਰਿਹਾ ਬਟ ਟੇਕ ਇਟ ਇਨ ਰਿਟਨ ਚ ਲਓ ਇਹ ਸਾਰੀਆਂ ਗੱਲਾਂ, ਕਿ ਜਾਂ ਫਿਰ ਤੁਹਾਡਾ ਕੰਸਲਟੈਂਟ ਤੁਹਾਨੂੰ ਰਿਟਨ 'ਚ ਦੇ ਕਿ ਤੁਸੀਂ ਕਲਾਸਿਸ ਲਗਾ ਸਕਦੇ ਹੋ, ਔਰ ਜੇ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੁਹਾਨੂੰ ਸਾਰੇ ਪੈਸੇ ਵਾਪਸ ਆਣਗੇ। ਮੈਂ ਸਾਰਿਆਂ ਨੂੰ ਇਹੀ ਦੇਵਾਂਗਾ ਕਿ ਜੇ ਅਲਗੋਮਾ ਯੂਨੀਵਰਸਿਟੀ ਦੇ ਤੁਸੀਂ ਸਟੂਡੈਂਟ ਹੈਗੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਤੁਸੀਂ ਅਪਲਾਈ ਕੀਤਾ ਹੋਇਆ ਤਾਂ ਵੀ ਕੈਨ ਗਿਵ ਯੂ ਇਨ ਰਿਟਨ ਕਿ ਤੁਸੀਂ ਆਪਣੀਆਂ ਆਨਲਾਈਨ ਕਲਾਸਿਸ ਲਾ ਸਕਦੇ ਹੋ, ਤੁਹਾਡਾ ਜੇ ਵੀਜ਼ਾ ਰਿਜ਼ਲਟ ਪੈਂਡਿੰਗ ਹੈ। ਹੋਰ ਬਾਕੀ ਸਾਰੇ ਕਾਲਜਸ ਲਈ ਯੂ ਹੈਵ ਟੂ ਵੇਟ ਫॉर योर ਵੀਜ਼ਾ ਅਪਰੂਵਲ। ਤੁਹਾਡਾ ਵੀਜ਼ਾ ਅਪਰੂਵ ਹੋਏਗਾ ਤਾਂ ਹੀ ਤੁਸੀਂ ਰਜਿਸਟਰ ਕਰ ਸਕਦੇ ਹੋ ਆਨਲਾਈਨ ਕਲਾਸਿਸ ਲਈ, ਨਹੀਂ ਤਾਂ ਤੁਹਾਨੂੰ ਨੈਕਸਟ ਇਨਟੇਕ ਲਈ ਡੈਫਰ ਲੈਣੀ ਪਏਗੀ। ਸੋ ਡੈਫਰ ਲੈਣੀ ਪਏਗੀ ਨੈਕਸਟ ਇਨਟੇਕ ਲਈ ਜੇ ਤੁਸੀਂ ਤੁਹਾਡਾ ਵੀਜ਼ਾ ਅਪਰੂਵ ਨਹੀਂ ਹੋ ਕੇ ਆਉਂਦਾ। ਸੋ ਇਹ 'ਤੇ ਜੇ ਤੁਸੀਂ ਕੋਈ ਵੀ ਤੁਹਾਨੂੰ ਅਸ਼ੰਕਾ ਹੈਗੀ ਤੁਹਾਡੇ ਮਨ ਵਿੱਚ ਜਾਂ ਤੁਸੀਂ ਕੋਈ ਵੀ ਕਲੈਰਿਟੀ ਲੈਣਾ ਚਾਹੁੰਦੇ ਹੋ ਤਾਂ ਕਾਈਂਡਲੀ ਸੈਂਡ ਮੀ ਐਨ ਈਮੇਲ at info@landmarkimmigration.com. I will personally assess your profile and also get back to you ਕਿ ਤੁਹਾਨੂੰ ਕੀ ਸੋਲੂਸ਼ਨ ਦਿੱਤਾ ਜਾ ਸਕਦਾ ਹੈ, ਕਿ ਕਿੱਥੇ ਤੁਸੀਂ ਜਾ ਸਕਦੇ ਹੋ, ਕਿਹੜੇ ਕੰਟਰੀ ਦੀ ਫਾਈਲ ਤੁਹਾਡੀ ਲੱਗ ਸਕਦੀ ਹੈ, ਕਿੱਥੇ ਤੁਹਾਡੀ ਪ੍ਰੋਬੇਬਿਲਿਟੀ ਬਣਦੀ ਹੈ ਵੀਜ਼ੇ ਦੀ। I will see to it personally। ਜੇ ਤੁਹਾਡੀ ਫਾਈਲ ਸਾਡੇ ਹੀ ਕੋਲੋਂ ਲੱਗੀ ਹੋਈ ਹੈ ਕਾਈਂਡਲੀ ਮੈਂਸ਼ਨ ਯੋਰ ਫਾਈਲ ਨੰਬਰ, ਐਂਡ ਜੇ ਤੁਹਾਨੂੰ ਕੋਈ ਪ੍ਰੋਬਲਮ ਫੇਸ ਕਰਨੀ ਪਈ ਹੈ ਸਾਡੀ ਕੰਪਨੀ ਤੋਂ ਆਈ ਅਪੋਲੋਜਾਈਜ਼ ਫॉर ਯੂ, ਬਿਕੋਜ਼ ਤੁਹਾਨੂੰ ਪਤਾ ਹੀ ਹੈ ਕਿ ਲਿਮਿਟਿਡ ਸਟਾਫ ਨਾਲ ਕੰਮ ਚੱਲ ਰਿਹਾ, ਹੱਲੇ ਤੱਕ ਵੀ ਲਿਮਿਟਿਡ ਸਟਾਫ ਨਾਲ ਹੀ ਕੰਮ ਚੱਲ ਰਿਹਾ, ਔਰ ਕੀ ਕਹਿੰਦੇ ਬਹੁਤ ਉਤਲ ਪੁਤਲ ਹੋਈ ਹੈ ਲੋਕਡਾਊਨ ਦੇ ਦੌਰਾਨ। ਬਟ ਇਫ ਯੂ ਹੈਵ ਫੇਸਡ ਐਨੀ ਪ੍ਰੋਬਲਮ ਕਾਈਂਡਲੀ ਸੈਂਡ ਮੀ ਯੋਰ ਈਮੇਲ ਮੈਂਸ਼ਨਿੰਗ ਯੋਰ ਫਾਈਲ ਨੰਬਰ ਦੇ ਨਾਲ, ਤਾਂ ਵੀ ਵਿਲ ਸੋਲਵ ਆਲ ਯੋਰ ਕੁਐਰੀਜ਼ ਆਲ ਯੋਰ ਪ੍ਰੋਬਲਮਸ ਐਜ਼ ਸੂਨ ਐਜ਼ ਪੋਸੀਬਲ। ਜੇ ਤੁਸੀਂ ਰਿਫੰਡ ਨੂੰ ਲੈ ਕੇ ਕੋਈ ਕੁਝ ਬੱਚਿਆਂ ਦੇ ਇਸ਼ੂਜ਼ ਹੈਗੇ ਕਿ ਮੇਰੇ ਕਾਲਜ ਦੀ ਰਿਫੰਡ ਪੈਂਡਿੰਗ ਹੈ, ਰਿਫਿਊਜ਼ਲ ਆਈ ਸੀ ਪਰ ਰਿਫੰਡਸ ਲੇਟ ਹੋ ਗਏ, ਸੋ ਤੁਸੀਂ ਸਮਝ ਸਕਦੇ ਹੋ ਕਿ ਕਿਉਂਕਿ ਉੱਥੇ ਵੀ ਸਾਰਾ ਲੋਕਡਾਊਨ ਹੈਗਾ ਸੀ, ਕਾਲਜਸ ਅੱਜ ਦੀ ਡੇਟ 'ਚ ਵੀ ਕੁਝ ਖੁੱਲੇ ਨਹੀਂ ਹੈ, ਘਰੋਂ ਹੀ ਕੰਮ ਕਰ ਰਹੇ ਆ, ਤਾਂ ਥੋੜਾ ਜਿਹਾ ਰਿਫੰਡ ਵਿੱਚ ਡਿਲੇ ਹੋ ਸਕਦਾ, ਔਰ ਕੁਝ ਆਫਰ ਲੈਟਰ ਡੈਫਰ ਆਫਰ ਲੈਟਰ ਵਿੱਚ ਵੀ ਡਿਲੇ ਹੋ ਸਕਦਾ। ਬਟ ਅਸੀਂ ਜਿੰਨੀਆਂ ਵੀ ਡੈਫਰ ਆਫਰ ਲੈਟਰ ਹੈਗੀਆਂ ਸੀ ਸਾਡੇ ਸਟੂਡੈਂਟਸ ਦੀਆਂ ਉਹ ਸਾਰੀਆਂ ਸਪਟੈਂਬਰ ਇਨਟੇਕ ਦੀਆਂ ਆ ਚੁੱਕੀਆਂ। ਜੇ ਹਾਈ ਕਮਿਸ਼ਨ ਨੇ ਡੈਫਰ ਆਫਰ ਲੈਟਰਸ ਦੀ ਡਿਮਾਂਡ ਕੀਤੀ ਸੀ ਤਾਂ ਅਸੀਂ ਉਹ ਆਫਰ ਲੈਟਰਸ ਅਪਲੋਡ ਕਰ ਚੁੱਕੇ ਹਾਂ। ਸੇ ਇਸੇ ਤਰ੍ਹਾਂ ਗੁਰਵਿੰਦਰ ਮਾਨਸਾ ਤੋਂ ਜਿਨ੍ਹਾਂ ਨੇ ਸਾਨੂੰ ਸਵਾਲ ਫੇਸਬੁੱਕ ਦੇ ਜ਼ਰੀਏ +2 ਨਾਨ ਮੈਡੀਕਲ ਜੀ 3 ਚੋਂ 6 1 ਚੋਂ 5 ਹੈਗੇ ਨੇ, ਵੈਲਿਡ ਹੈਗੀ ਉਹਦੀ ਆਇਲਟਸ ਜਿਹੜੀ ਹੈਗੀ ਹੈ, ਬਟ ਹੁਣ 5 ਕਰਕੇ ਉਹ ਥੋੜੇ ਜਿਹੇ ਕਨਫਿਊਜ਼ਡ ਨੇ ਵੀ ਨਾਨ ਮੈਡੀਕਲ ਦਾ ਸਟੂਡੈਂਟ ਹੈ। ਸੀ 1 ਚੋਂ 5 ਮੋਡਿਊਲ ਵਾਲੇ ਸਟੂਡੈਂਟ ਨੂੰ ਮੈਂ ਕੈਨੇਡਾ ਸਟੂਡੈਂਟ ਵੀਜ਼ਾ ਐਡਵਾਈਜ਼ ਨਹੀਂ ਕਰਾਂਗਾ। ਜੇ 1 ਚੋਂ ਤੁਹਾਡੇ 5.5 ਬੈਂਡ ਹੁੰਦੇ ਤਾਂ ਮੈਂ ਤੁਹਾਨੂੰ ਬੇਸ਼ੱਕ ਕੈਨੇਡਾ ਸਟੂਡੈਂਟ ਵੀਜ਼ਾ ਐਡਵਾਈਜ਼ ਕਰਦਾ। ਤੁਸੀਂ ਪੀਟੀ ਕਰ ਸਕਦੇ ਹੋ, ਡਿਊਲਿੰਗੋ ਟੈਸਟ ਕਰ ਸਕਦੇ ਹੋ ਇੰਪਰੂਵ ਕਰਨ ਲਈ, ਤੇ ਜੇ ਤੁਸੀਂ ਇੰਪਰੂਵ ਕਰਦੇ ਹੋ ਤਾਂ ਤੁਸੀਂ ਨਾਨ ਐਸਟੀਐਸ 'ਚ ਆਪਣੀ ਫਾਈਲ ਪ੍ਰੋਵਾਈਡ ਕਰ ਸਕਦੇ ਹੋ। ਡਿਊਲਿੰਗੋ ਟੈਸਟ ਦੀ ਆਨਲਾਈਨ ਤਿਆਰੀ ਲੈਂਡਮਾਰਕ ਇਮੀਗ੍ਰੇਸ਼ਨ ਆਪਣੇ ਪੋਰਟਲ ਰਾਹੀਂ ਕਰਾ ਰਿਹਾ। ਸੋ ਜੇ ਸਟੂਡੈਂਟਸ ਆ ਪੋਰਟਲ ਤੇ ਆਨਲਾਈਨ ਕਲਾਸਿਸ ਲਗਾਉਣਾ ਚਾਹੁੰਦੇ ਆ, ਕਿਉਂਕਿ ਉਸੇ ਪੋਰਟਲ ਤੇ ਲਾਈਵ ਕਲਾਸਿਸ ਵੀ ਚੱਲਦੀਆਂ, ਕੁਐਸਚਨ ਆਨਸਰਸ ਵੀ ਚੱਲਦੇ ਆ, ਮੌਕ ਟੈਸਟ ਵੀ ਚੱਲਦੇ ਆ, ਸਾਰਾ ਕੁਝ ਚੱਲਦਾ। ਸੋ ਜੇ ਤੁਸੀਂ ਘਰ ਬੈਠੇ ਡਿਊਲਿੰਗੋ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਹੀ ਨੋਮੀਨਲ ਫੀਸ ਚਾਰਜ ਕਰ ਰਿਹਾ, ਦੈਟ ਇਜ਼ ₹3000। ਸੋ ਸਿਰਫ 3000 ਰੁਪਇਆ ਦੇ ਕੇ ਤੁਸੀਂ ਡਿਊਲਿੰਗੋ ਦੀ ਤਿਆਰੀ ਕਰ ਸਕਦੇ ਹੋ। ਫਿਰ ਜੇ ਤੁਸੀਂ ਆਈਲੈਟਸ ਟ੍ਰੇਨਿੰਗ ਕਰਨਾ ਚਾਹੁੰਦੇ ਹੋ ਤਾਂ ਪੂਰੇ ਸਾਲ ਦੀ ਆਨਲਾਈਨ ਆਈਲੈਟਸ ਟ੍ਰੇਨਿੰਗ ਦਾ ਕਾਸਟ ਇਜ਼ ਓਨਲੀ ₹9000। ਤੁਸੀਂ ਘਰ ਬੈਠੇ ਆਈਲੈਟਸ ਦੀ ਟ੍ਰੇਨਿੰਗ ਸਟਾਰਟ ਕਰ ਸਕਦੇ ਹੋ, ਚਾਹੇ ਐਕੈਡੈਮਿਕ ਹੈ ਚਾਹੇ ਜਨਰਲ ਹੈ। ਤੁਸੀਂ ਆਪਣੀ ਸਟੂਡੈਂਟ ਵੀਜ਼ਾ ਫਾਈਲ ਲਾਣਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੈਂਟ ਵੀਜ਼ਾ ਫਾਈਲ ਆਉਣ ਵਾਲੇ ਇਨਟੇਕ ਸਤੰਬਰ 2020, ਜੇ ਤੁਸੀਂ ਸਤੰਬਰ 2020 ਨਹੀਂ ਲਾਣਾ ਚਾਹੁੰਦੇ ਤਾਂ ਜਨਵਰੀ 2021 ਮਈ 2021 ਲਈ ਆਪਣੀ ਫਾਈਲ ਜ਼ਰੂਰ ਬੇਸ਼ੱਕ ਪ੍ਰੋਸੈਸ ਕਰ ਸਕਦੇ ਹੋ, ਘਰੋਂ ਬੈਠੇ ਪ੍ਰੋਸੈਸ ਕਰ ਸਕਦੇ ਹੋ। ਔਰ ਜੇ ਤੁਸੀਂ ਆਫਿਸ ਆਉਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਵੀ ਤੁਸੀਂ ਸਾਡੇ ਐਕਸਪਰਟ ਸਟੱਡੀਜ਼ ਵੀਜ਼ਾ ਐਕਸਪਰਟਸ ਨੂੰ ਮਿਲ ਸਕਦੇ ਹੋ। ਸੋ ਇਸੇ ਬਾਰੇ ਹੀ ਜਿਹੜੀ ਜਾਣਕਾਰੀ ਹੈ ਸਾਡੇ YouTube ਪੇਜ ਤੇ ਵੀ ਵੱਖ-ਵੱਖ ਕਾਲਜ ਦੇ ਨੁਮਾਇੰਦੇ ਟਾਈਮ ਟੂ ਟਾਈਮ ਸਿਰਾਂਦੇ ਰਹਿੰਦੇ ਆ, ਤੁਸੀਂ ਉਹਨਾਂ ਨਾਲ ਵੀ ਰੂਬਰੂ ਹੋ ਸਕਦੇ ਹੋ ਕਿਉਂਕਿ ਉਹ ਲਾਈਵ ਤੁਹਾਡੇ ਨਾਲ ਗੱਲਬਾਤ ਕਰਦੇ ਆ, ਔਰ ਕੀ ਕਹਿੰਦੇ ਤੁਹਾਨੂੰ ਸਾਰੇ ਡਿਸਕਸ਼ਨ ਕਰਦੇ ਆ ਕਿ ਕਰੋਨਾ ਵਾਇਰਸ ਦਾ ਇਫੈਕਟ ਕਿੱਦਾਂ ਦਾ ਸਟੱਡੀਜ਼ ਤੇ ਪੈ ਰਿਹਾ, ਆਨਲਾਈਨ ਕਲਾਸਿਸ ਹੋਣਗੀਆਂ, ਆਫਲਾਈਨ ਹੋਣਗੀਆਂ, ਹਾਈਬ੍ਰਿਡ ਮਾਡਲ ਚੱਲੇਗਾ
ਜਾਂ ਕਿੱਦਾਂ ਸਾਰਾ ਸਿਸਟਮ ਚੱਲੇਗਾ ਆਉਣ ਵਾਲੇ ਇਨਟੇਕ ਵਿੱਚ ਔਰ ਕੀ ਸਥਿਤੀ ਹੈਗੀ ਹੈ ਇਸ ਟਾਈਮ ਕੈਨੇਡਾ 'ਚ, ਤਾਂ ਉਹ ਸਾਰੇ ਬਾਰੇ ਉਹ ਡਿਸਕਸ਼ਨ ਕਰਦੇ ਆ। ਕਾਈਂਡਲੀ ਸਬਸਕ੍ਰਾਈਬ ਟੂ ਆਰ YouTube ਚੈਨਲ, ਕਾਈਂਡਲੀ ਲਾਈਕ ਆਰ Facebook ਪੇਜ, ਤਾਂ ਕਿ ਤੁਹਾਨੂੰ ਅਪਡੇਟਡ ਇਨਫੋਰਮੇਸ਼ਨ ਟਾਈਮ ਟੂ ਟਾਈਮ ਸਿਰ ਮਿਲਦੀ ਰਹੇ ਜੀ। ਸੋ ਜਿੱਥੇ ਤੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜੀ, ਉੱਥੇ ਨਾਲ ਦੇ ਨਾਲ ਜਿੱਦਾਂ ਤੁਹਾਡੇ ਜਿਹੜੇ ਸਵਾਲ ਨੇ ਉਹ ਵੀ ਅਸੀਂ ਡਿਸਕਸ ਇਸ ਮੰਚ ਦੇ ਉੱਤੇ ਕਰਦੇ ਹਾਂ। ਤੇ ਇਸੇ ਤਰ੍ਹਾਂ ਜੀ ਜਿੱਦਾਂ ਹੁਣ ਸਾਡੇ ਨਾਲ ਗੁਰਵਿੰਦਰ ਦਾ ਸਵਾਲ ਸੀਗਾ, ਇਸੇ ਤਰ੍ਹਾਂ ਤੁਹਾਡੇ ਜਿਹੜੇ ਸਵਾਲ ਨੇ ਅਸੀਂ ਜ਼ਰੂਰ ਡਿਸਕਸ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਤੇ ਫਿਲਹਾਲ ਜੀ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਮੈਨੇਜਿੰਗ ਡਾਇਰੈਕਟਰ ਐਂਡ ਸਟੱਡੀ ਵੀਜ਼ਾ ਐਕਸਪਰਟ ਮਿਸਟਰ ਜਸਮੀਤ ਭਾਟੀਆ ਸਾਡੇ ਨਾਲ। ਸਰ ਜਿੱਦਾਂ VFS ਦੀ ਗੱਲ ਕੀਤੀ, ਆਇਲਟਸ ਦੀ ਗੱਲ ਕਰੀਏ ਤਾਂ ਆਇਲਟਸ ਸਟੂਡੈਂਟ ਜਿਹੜੇ ਨੇ ਨਾ, ਮੀਨਸ ਇੱਕ ਤਾਂ ਨੰਬਰ ਘੱਟ ਨੇ +2 ਤੋਂ, ਉਹਦੇ ਵਿੱਚ ਹੁਣ ਆਇਲਟਸ ਜਿਹੜਾ ਹੈਗਾ ਸਕੋਰ ਉਹ ਵੀ ਘੱਟ ਹੁੰਦਾ। ਕਿ ਇਦਾਂ ਦੇ ਸਟੂਡੈਂਟਸ ਨੂੰ ਵੀਜ਼ਾ ਮਿਲਦਾ? ਕਿਉਂਕਿ ਤੁਸੀਂ ਕਿਹਾ ਵੀ ਇੱਕ ਚੋਂ ਅਗਰ 5 ਹੈਗੇ ਨੇ ਤਾਂ ਤੁਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਵੀ ਨਹੀਂ ਅਪਲਾਈ ਕਰਨ ਦਾ ਫਾਇਦਾ। ਜੇ ਤੁਹਾਡੇ ਇੱਕ ਮੋਡਿਊਲ 'ਚ 5.5 ਬੈਂਡ ਹੈ ਤਾਂ ਵੀ ਬਹੁਤ ਸਾਰੇ ਸਰਕਾਰੀ ਕਾਲਜ ਅੱਜ ਦੀ ਡੇਟ 'ਚ ਐਕਸੈਪਟ ਕਰ ਰਹੇ ਆ ਸਟੂਡੈਂਟਸ ਨੂੰ। ਜੇ 2 ਮੋਡਿਊਲ 'ਚ 5.5 ਬੈਂਡ ਹੈ ਤਾਂ ਵੀ ਬਹੁਤ ਸਾਰੇ ਸਰਕਾਰੀ ਕਾਲਜ ਐਕਸੈਪਟ ਕਰ ਰਹੇ ਆ ਸਟੂਡੈਂਟਸ ਨੂੰ। ਬਟ ਜੇ ਤੁਹਾਡੇ ਇੱਕ ਮੋਡਿਊਲ 'ਚ 5 ਬੈਂਡ ਹੈਗੇ ਆ ਤਾਂ ਮੈਂ ਤੁਹਾਨੂੰ ਨਹੀਂ ਕਹਾਂਗਾ ਵੀਜ਼ਾ ਅਪਲਾਈ ਕਰਨ ਲਈ। ਸੋ ਵੀ ਡਿਪੈਂਡ ਕਰਦਾ। ਸਪੋਜ਼ ਤੁਹਾਡੇ 2 ਮੋਡਿਊਲ 'ਚ 5.5 ਬੈਂਡ ਹੈ ਔਰ ਤੁਹਾਡੀ ਪਰਸੈਂਟੇਜ ਵੀ 49 ਹੈ, ਮੈਂ ਤਾਂ ਵੀ ਤੁਹਾਨੂੰ ਕਹਾਂਗਾ ਕਿ ਤੁਹਾਡੇ ਵੀਜ਼ਾ ਚਾਂਸਸ ਬਹੁਤ ਘੱਟ ਹੈਗੇ ਆ। ਔਰ ਜੇ ਤੁਹਾਡੇ ਸਪੋਜ਼ 70% 65% ਐਂਡ ਅਬਵ ਮਾਰਕਸ ਹੈਗੇ ਆ ਔਰ ਈਚ ਸਬਜੈਕਟ 'ਚੋਂ 50 ਤੋਂ ਉੱਤੇ ਹੈਗੇ ਆ ਔਰ 2 ਮੋਡਿਊਲ 'ਚੋਂ 5.5 ਬੈਂਡ ਹੈ, ਤਾਂ ਮੈਂ ਤੁਹਾਨੂੰ ਐਡਵਾਈਜ਼ ਕਰ ਸਕਦਾ ਕਿ ਤੁਸੀਂ ਇੱਕ ਸਰਕਾਰੀ ਕਾਲਜ 'ਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ। ਔਰ ਜੇ ਤੁਹਾਡੇ ਇੱਕ ਮੋਡਿਊਲ 'ਚੋਂ 5.5 ਬੈਂਡ ਹੈ ਐਂਡ ਅਬਵ 60% ਮਾਰਕਸ ਹੈ ਤਾਂ ਵੀ ਤੁਸੀਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ। ਬਿਕੋਜ਼ ਹੁਣ ਆਇਲਟਸ ਦੀ ਮੈਂ ਰੋਕਣਾ ਚਾਹਾਂਗੀ ਨਾ, ਇਸੇ ਤਰ੍ਹਾਂ ਸੇਮ ਪ੍ਰੋਫਾਈਲ 2 ਦੇ ਵਿੱਚੋਂ 6, ਇੱਕ ਚੋਂ 5.5 ਨੇ ਤੇ ਇੱਕ ਚੋਂ 5 ਬੈਂਡ ਨੇ। ਹੁਣ ਮੀਨਸ ਫਿਰ ਆਰਟਸ ਦੇ ਸਟੂਡੈਂਟ ਕੈਨੇਡਾ 'ਚ ਨਹੀਂ ਅਪਲਾਈ ਕਰ ਸਕਦੇ। ਜੇ ਤੁਹਾਡੇ ਕਿਸੇ ਵੀ ਮੋਡਿਊਲ 'ਚੋਂ 5 ਬੈਂਡ ਹੈਗੇ ਆ, ਤੁਸੀਂ ਕੈਨੇਡਾ ਲਈ ਨਹੀਂ ਅਪਲਾਈ ਕਰ ਸਕਦੇ, ਤੁਸੀਂ UK ਲਈ ਅਪਲਾਈ ਕਰ ਸਕਦੇ ਹੋ, ਤੁਸੀਂ ਨਿਊਜ਼ੀਲੈਂਡ ਲਈ ਅਪਲਾਈ ਕਰ ਸਕਦੇ ਹੋ, ਤੁਸੀਂ ਜਰਮਨੀ ਲਈ ਅਪਲਾਈ ਕਰ ਸਕਦੇ ਹੋ। ਬਟ ਕੈਨੇਡਾ ਲਈ ਇੱਕ ਮੋਡਿਊਲ 'ਚੋਂ 5 ਬੈਂਡ ਦੇ ਨਾਲ ਨਹੀਂ ਅਪਲਾਈ ਕਰ ਸਕਦੇ। ਪਰ ਜਿਵੇਂ ਕਿ ਮੈਂ ਪਿਛਲੀ ਵਾਰੀ UK ਤੇ ਸ਼ੋਅ ਕੀਤਾ ਸੀ ਔਰ ਸਟੂਡੈਂਟਸ ਨੂੰ ਗਾਈਡ ਕੀਤਾ ਸੀ ਕਿ UK ਇੱਕ ਬਹੁਤ ਹੀ ਵੱਡੀ ਡੈਸਟੀਨੇਸ਼ਨ ਬਣ ਸਕਦੀ ਹੈ ਆਉਣ ਵਾਲੇ ਟਾਈਮ ਵਿੱਚ ਸਟੂਡੈਂਟ ਵੀਜ਼ਾ ਲਈ। ਸੋ ਐਜ਼ ਕੰਪੇਅਰ ਟੂ ਕੈਨੇਡਾ ਐਂਡ ਆਸਟ੍ਰੇਲੀਆ ਆਲਸੋ। ਸੋ ਸਟੂਡੈਂਟਸ ਦੇ ਜੇ ਤੁਹਾਡਾ ਆਈਲੈਟਸ ਇੰਪਰੂਵ ਨਹੀਂ ਹੋ ਪਾ ਰਿਹਾ, ਤੁਸੀਂ 2-3 ਵਾਰੀ ਦੇ ਚੁੱਕੇ ਹੋ ਔਰ ਤੁਸੀਂ ਡੁਲਿੰਗੋ ਟੈਸਟ ਵੀ ਨਹੀਂ ਇੰਪਰੂਵ ਕਰ ਪਾ ਰਹੇ, ਤਾਂ ਮੈਂ ਤੁਹਾਨੂੰ ਗਾਈਡ ਕਰਾਂਗਾ ਕਿ ਤੁਸੀਂ UK ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਹੋ ਜੀ। ਸੋ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਮਿਸਟਰ ਜਸਮੀਤ ਭਾਟੀਆ ਸਾਡੇ ਨਾਲ। ਸੋ ਸਰ ਇੱਕ ਪਾਸੇ ਆਇਲਟਸ ਹੋ ਗਿਆ ਜੀ, VFS ਦੀ ਵੀ ਅਸੀਂ ਗੱਲ ਕੀਤੀ ਹੈ। ਵੀਜ਼ਾ ਸਕਸੈਸ ਰੇਟ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਚਲੋ ਹੌਲੀ ਹੌਲੀ ਰਿਜ਼ਲਟ ਜਿਹੜੇ ਉਹ ਆ ਰਹੇ ਨੇ, ਕੀ ਲੱਗਦਾ ਵੀ ਸਕਸੈਸ ਰੇਟ ਜਿਹੜਾ ਹੈਗਾ ਜਾਂ ਜਿਹੜੇ ਰਿਜ਼ਲਟਸ ਹੈਗੇ ਨੇ ਉਹ ਪੋਜ਼ਿਟਿਵਲੀ ਸਾਨੂੰ ਮਿਲਣਗੇ ਜਾਂ ਨੈਗੇਟਿਵ ਇੰਪੈਕਟ ਜਿਹੜਾ ਨਜ਼ਰ ਆਏਗਾ? ਅਸੀਂ ਬਹੁਤ ਸਾਰੇ ਡਿਸਕਸ ਕਰ ਚੁੱਕੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀਜ਼ਾ ਸਕਸੈਸ ਰੇਟ ਕਿੱਦਾਂ ਦਾ ਹੋਏਗਾ ਸੀ, ਕਿਉਂਕਿ ਤੁਹਾਡੇ ਨਾਲ ਮੈਂ ਹਰ ਵਾਰੀ ਡਿਸਕਸ ਕਰਦਾ ਕਿ ਸਾਲ 'ਚ 4 ਤੋਂ 4.5 ਲੱਖ ਸਟੂਡੈਂਟਸ ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਸੀ। ਔਰ ਕੈਨੇਡਾ ਇੱਕ ਸਭ ਤੋਂ ਟੌਪ ਡੈਸਟੀਨੇਸ਼ਨ ਹੈਗੀ ਹੈ ਕਿਉਂਕਿ ਕੈਨੇਡਾ ਨੇ ਸਟੂਡੈਂਟਸ ਨੂੰ CERB ਬੈਨੀਫਿਟ ਦਿੱਤਾ ਡਿਊਰਿੰਗ COVID-19, ਯਾਨੀ ਕਿ ਐਮਰਜੈਂਸੀ ਰਿਸਪੌਂਸ ਬੈਨੀਫਿਟ, ਜਿਹਦੇ ਦੌਰਾਨ ਉਹਨਾਂ ਨੂੰ $2000 ਮਹੀਨੇ ਦਾ ਮਿਲਦਾ ਰਿਹਾ। ਜਿੰਨੇ ਵੀ ਸਟੂਡੈਂਟਸ ਇੰਟਰਨੈਸ਼ਨਲ ਸਟੂਡੈਂਟਸ ਨੇ ਜੌਬ ਲੂਜ਼ ਕੀਤੀ ਸੀ ਕੈਨੇਡਾ ਵਿੱਚ। ਸੋ ਕਿਤੇ ਨਾ ਕਿਤੇ ਕਿਸੇ ਵੀ ਹੋਰ ਕੰਟਰੀ ਨੇ ਇੱਦਾਂ ਦੀ ਮਦਦ ਇੰਟਰਨੈਸ਼ਨਲ ਸਟੂਡੈਂਟ ਦੀ ਨਹੀਂ ਕੀਤੀ ਜਿੰਨੀ ਕੈਨੇਡਾ ਸਰਕਾਰ ਨੇ ਕੀਤੀ। ਔਰ ਉਹਨਾਂ ਨੇ ਰਿਟੇਨ ਕੀਤੇ ਆਪਣੇ ਸਟੂਡੈਂਟਸ, ਉਹਨਾਂ ਨੂੰ ਅੱਗੇ ਫਿਊਚਰ ਵਿੱਚ ਆਪਣੀ ਫੀਸਾਂ ਦੇਣ 'ਚ ਨਾ ਕੋਈ ਪ੍ਰੋਬਲਮ ਆਏ ਜੇ ਉਹਨਾਂ ਦੀ ਜੌਬਸ ਚਲੀ ਗਈ ਹੈ, ਜੇ ਜਾਂ ਕਿ ਉਹਨਾਂ ਦਾ ਜਿਹੜਾ ਡੇਲੀ ਰੂਟੀਨ 'ਤੇ ਖਰਚਾ ਹੈਗਾ ਉਹ ਵੀ ਚੱਲਦਾ ਰਹੇ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਗਿਆ ਕੈਨੇਡਾ ਸਰਕਾਰ ਵੱਲੋਂ। ਔਰ ਜੇ ਅਸੀਂ ਗੱਲ ਕਰੀਏ ਤਾਂ ਕੈਨੇਡਾ ਅੱਜ ਦੀ ਡੇਟ 'ਚ ਟੌਪ ਡੈਸਟੀਨੇਸ਼ਨ ਵੱਲ ਨੂੰ ਬਣ ਚੁੱਕੀ ਹੈ ਕਿਉਂਕਿ ਸਾਡੇ ਕੋਲ ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਇਨਕੁਆਇਰੀਜ਼ ਆ ਰਹੀਆਂ ਜਿਹੜੇ ਆਲਰੇਡੀ ਸਟੂਡੈਂਟਸ ਗਏ ਹੋਏ ਆ, ਦੇ ਵਾਂਟ ਟੂ ਮੂਵ ਟੂ ਕੈਨੇਡਾ। ਸੋ ਜੇ ਅਸੀਂ ਦੇਖਿਆ ਜਾਏ ਤਾਂ ਜਿਹੜਾ 4-4.5 ਲੱਖ ਸਟੂਡੈਂਟ ਹਰ ਸਾਲ ਕੈਨੇਡਾ ਪੜ੍ਹਨ ਜਾਂਦਾ ਸੀ, ਉਹ ਕੈਨੇਡਾ ਦੀ ਇਕੋਨਮੀ ਵਿੱਚ ਇੱਕ ਬਹੁਤ ਹੀ ਵੱਡਾ ਕੀ ਕਹਿੰਦੇ ਆਪਣਾ ਯੋਗਦਾਨ ਦਿੰਦਾ ਸੀ। ਸੋ ਕੈਨੇਡਾ 'ਚ ਨੰਬਰ 3 ਉੱਤੇ ਐਕਸਪੋਰਟ ਐਜੂਕੇਸ਼ਨ ਯਾਨੀ ਕਿ ਇੰਟਰਨੈਸ਼ਨਲ ਐਜੂਕੇਸ਼ਨ ਆਉਂਦੀ ਹੈ, ਜਿਹਦੇ ਵਿੱਚ $22 ਬਿਲੀਅਨ ਕੈਨੇਡਾ ਰੇਜ਼ ਕਰਦਾ ਸੀ ਆਪਣੀ ਇਕੋਨਮੀ ਚਲਾਉਣ ਵਾਸਤੇ। ਸੋ ਕਿਤੇ ਨਾ ਕਿਤੇ ਦੇਖਿਆ ਜਾ ਸਕਦਾ ਹੈ ਕਿ ਇਹ ਇੱਕ ਬਹੁਤ ਹੀ ਵੱਡੇ ਰੂਪ ਨਾਲ ਇਕੋਨਮੀ ਨੂੰ ਸਪੋਰਟ ਕਰਦਾ ਸੀ ਔਰ ਫਿਊਚਰ ਵਿੱਚ ਬਹੁਤ ਵੱਡੇ ਪੱਧਰ 'ਤੇ ਸਟੂਡੈਂਟਸ ਨੂੰ ਵੀਜ਼ਾ ਮਿਲ ਸਕਦੇ ਹੈ ਕਿਉਂਕਿ ਇਹ ਜਿਹੜਾ ਪੈਸਾ 2020 ਵਿੱਚ ਕੈਨੇਡਾ ਸਰਕਾਰ ਨੂੰ ਬਹੁਤ ਜ਼ਿਆਦਾ ਲਾਸ ਹੋ ਗਿਆ ਇਹਦੇ ਵਿੱਚ। ਔਰ ਜਿੰਨੇ ਵੀ ਇਮੀਗ੍ਰੇਸ਼ਨ ਡਿਪਾਰਟਮੈਂਟਸ ਹੈਗੇ ਆ ਉਹਨਾਂ ਉੱਤੇ ਬਹੁਤ ਪ੍ਰੈਸ਼ਰ ਬਣ ਗਿਆ ਹੋਣਾ ਕਿ ਉਹ ਵੀ ਵੀਜ਼ਾ ਦੇਣ ਸਟੂਡੈਂਟ ਨੂੰ। ਔਰ 3 ਲੱਖ ਇੰਪਲੋਈਜ਼ ਯੂਨੀਵਰਸਿਟੀਜ਼ ਔਰ ਕਾਲਜਿਸ ਵਿੱਚ
ਯੂਨੀਵਰਸਿਟੀਜ਼ ਔਰ ਕਾਲਜਸ ਵਿੱਚ ਕੰਮ ਕਰਦਾ ਹੈ, ਜਿਹੜਾ ਕਿ ਡਿਪੈਂਡੈਂਟ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਉੱਤੇ। ਸੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਹੁਤ ਹੀ ਵੱਡਾ ਇਕਨੋਮਿਕਲ ਰੀਜ਼ਨ ਬਣ ਜਾਂਦਾ ਸਟੂਡੈਂਟ ਵੀਜ਼ਾ ਕੈਨੇਡਾ ਵਾਸਤੇ। ਬਾਕੀ ਹਰ ਕੰਟਰੀ ਦੀਆਂ ਨੀਤੀਆਂ ਹੁੰਦੀਆਂ ਕਿ ਉਹਨਾਂ ਨੇ ਸਟੂਡੈਂਟਸ ਬੁਲਾਣੇ ਆ ਕਿ ਨਹੀਂ ਬੁਲਾਣੇ, ਬਟ ਜੇ ਅਸੀਂ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ ਤਾਂ ਆਉਣ ਵਾਲੇ ਸਮੇਂ 'ਚ SDS ਜਾਂ ਨੌਨ SDS ਕੈਟਾਗਰੀਜ਼ ਵਿੱਚ ਬਹੁਤ ਹੀ ਵੱਡਾ ਵਾਧਾ ਹੋ ਸਕਦਾ ਹੈ। ਬਹੁਤ ਜ਼ਿਆਦਾ ਵੀਜ਼ਾ ਰਿਜ਼ਲਟਸ ਪੋਜ਼ਿਟਿਵ ਆ ਸਕਦੇ ਆ। ਬਾਕੀ ਟਾਈਮ ਨੂੰ ਦੇਖਦਿਆਂ ਹੋਇਆਂ ਜਿਵੇਂ ਕੋਵਿਡ-19 ਇੰਡੀਆ ਵਿੱਚ ਵੱਧਦਾ ਜਾ ਰਿਹਾ, ਤੁਹਾਨੂੰ ਪਤਾ ਹੀ ਹੋਣਾ ਕਿ ਕਰੋਨਾ ਵਾਇਰਸ ਦੇ ਕੇਸਿਸ ਇੰਡੀਆ ਵਿੱਚ ਵੱਧਦੇ ਜਾ ਰਹੇ ਨੇ। ਸੋ ਉਸ ਚੀਜ਼ ਨੂੰ ਲੈ ਕੇ ਕਦ ਕੈਨੇਡਾ ਬਾਰਡਰ ਖੋਲ੍ਹਦਾ, ਇਹਦੇ ਉੱਤੇ ਹੱਲੇ ਵੀ ਕੁਐਸਚਨ ਮਾਰਕ ਬਣਿਆ ਹੋਇਆ ਹੈ। ਭਾਵੇਂ ਏਅਰ ਕੈਨੇਡਾ ਨੇ 1 ਤਰੀਕ ਤੋਂ ਆਪਣੀ ਫਲਾਈਟ ਬੁਕਿੰਗ ਸਿਸਟਮ ਸਟਾਰਟ ਕਰਤਾ ਹੈ। ਏਅਰ ਕੈਨੇਡਾ ਨੇ 1 ਅਗਸਤ ਤੋਂ ਫਲਾਈਟਸ ਬੁਕਿੰਗ ਸਟਾਰਟ ਕਰਤੀ ਹੋਈ ਹੈ। DGCA ਵੱਲੋਂ, ਜਿਹੜੀ ਕਿ ਡਾਇਰੈਕਟਰ ਜਨਰਲ ਆਫ ਕਮਰਸ਼ੀਅਲ 에ਅਰਪਲੇਨਸ ਹੈਗੇ ਆ, ਜਾਂ DGCA ਵੱਲੋਂ ਪੂਰੀ ਕੀ ਕਹਿੰਦੇ ਆ ਰਿਟਨ 'ਚ ਆ ਚੁੱਕਿਆ ਕਿ 15 ਜੁਲਾਈ ਤੋਂ ਪੂਰਾ ਇੰਟਰਨੈਸ਼ਨਲ 에ਅਰਪੋਰਟ ਆਪਰੇਸ਼ਨਲ ਹੋ ਜਾਏਗਾ। ਬਟ ਬਾਹਰ ਦੇ ਮੁਲਕ ਇੰਡੀਅਨ ਸਟੂਡੈਂਟਸ ਨੂੰ ਕਿਸ ਡੇਟ ਨੂੰ ਐਕਸੈਪਟ ਕਰਨਗੇ, ਇਹਦੇ ਬਾਰੇ ਹੱਲੇ ਵੀ ਬਹੁਤ ਸਾਰੇ ਡਾਊਟਸ ਹੈਗੇ ਆ। 18 ਮਾਰਚ ਤੋਂ ਪਹਿਲਾਂ ਜਿੰਨੇ ਵੀ ਸਟੂਡੈਂਟਸ ਦੇ ਵੀਜ਼ਾ ਆਏ ਸੀ ਉਹ ਕਦੀ ਵੀ ਜਾ ਸਕਦੇ ਆ, ਇਹਦੇ ਉੱਤੇ ਕੋਈ ਕੁਐਸਚਨ ਨਹੀਂ ਹੈਗਾ। ਬਟ ਜਿਹੜੇ ਸਟੂਡੈਂਟਸ ਦੇ ਵੀਜ਼ਾ 18 ਮਾਰਚ ਤੋਂ ਬਾਅਦ ਆਣਗੇ, ਸੋ ਉਹਨਾਂ ਉੱਤੇ ਹੱਲੇ ਬਹੁਤ ਵੱਡੇ ਕੁਐਸਚਨ ਮਾਰਕ ਬਣਿਆ ਹੋਇਆ। ਸੋ ਸਾਰੇ ਸਟੂਡੈਂਟਸ ਨੂੰ ਮੈਂ ਇਹੀ ਕਹਾਂਗਾ ਕਿ ਅਸੀਂ ਵੀ ਇਸ ਟ੍ਰੇਡ 'ਚ ਹੈਗੇ ਆ, ਸਾਡੇ ਆਲ ਇੰਡੀਆ ਆਫਿਸਿਸ ਹੈਗੇ ਆ, ਬਟ ਅਸੀਂ ਸਾਰੇ ਆਫਿਸਿਸ ਜਿੰਨੇ ਵੀ ਸਟਾਫ ਸਾਡੇ ਪੋਸੀਬਲੀ ਆ ਸਕਦੇ ਆ, ਅਸੀਂ ਸਾਰੇ ਆਫਿਸਿਸ ਖੋਲ੍ਹੇ ਹੋਏ ਆ ਅੱਜ ਦੇ ਟਾਈਮ ਦੇ ਦੌਰਾਨ ਵੀ, ਔਰ ਸਟੂਡੈਂਟਸ ਨੂੰ ਪੂਰੀਆਂ ਸਰਵਿਸਿਜ਼ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਸਾਡੀ ਜੋ ਵੀ ਅਪਡੇਸ਼ਨ ਆਉਂਦੀ ਹੈ, ਚਾਹੇ ਉਹ ਇੰਟਰਨੈਸ਼ਨਲ 에ਅਰਪੋਰਟਸ ਵੱਲੋਂ ਹੋਏ, ਚਾਹੇ ਉਹ ਕੈਨੇਡਾ ਹਾਈ ਕਮਿਸ਼ਨ ਵੱਲੋਂ ਹੋਏ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸੇ ਟਾਈਮ ਸਟੂਡੈਂਟਸ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰਾਂ ਔਰ ਸਹੀ ਇਨਫੋਰਮੇਸ਼ਨ ਸਾਂਝੀ ਕਰਾਂ ਤਾਂ ਕਿ ਸਟੂਡੈਂਟ ਮਿਸਗਾਈਡ ਨਾ ਹੋ ਪਾਏ, ਕਿਉਂਕਿ ਬਹੁਤ ਸਾਰੀ ਇੱਦਾਂ ਦੀ ਇਨਫੋਰਮੇਸ਼ਨ ਵੀ ਫਲੋ ਕਰ ਰਹੀ ਹੈ ਜਿਹੜੇ ਸਟੂਡੈਂਟ ਮਿਸਗਾਈਡ ਹੋ ਰਿਹਾ। ਕਿਉਂਕਿ ਸਾਨੂੰ ਹੁਣ ਤੁਸੀਂ ਵੀ ਡਿਸਕਸ ਕੀਤਾ, ਇੱਕ ਮੋਡਿਊਲ 'ਚੋਂ 5 ਬੈਂਡ ਵਾਲੇ ਸਟੂਡੈਂਟਸ ਦੀ ਬਹੁਤ ਸਾਰੀਆਂ ਕੁਐਰੀਜ਼ ਹੈਗੀਆਂ। ਵਿਦਆਊਟ ਆਈਲੈਟਸ ਵਾਲੇ ਸਟੂਡੈਂਟਸ ਬਹੁਤ ਸਾਰੇ ਕਾਲ ਕਰ ਰਹੇ ਆ ਕਿ ਹੁਣ ਕੈਨੇਡਾ ਨੇ ਵਿਦਆਊਟ ਆਈਲੈਟਸ ਕੈਨੇਡਾ ਵੀਜ਼ਾ ਖੋਲ੍ਹਤਾ। ਬਿਲਕੁਲ ਨਹੀਂ, ਇੱਦਾਂ ਦਾ ਕੁਝ ਵੀ ਨਹੀਂ ਹੋਇਆ। ਬੈਂਡ ਰਿਕੁਆਇਰਮੈਂਟ ਕੋਈ ਵੀ ਚੇਂਜ ਨਹੀਂ ਹੋਈ ਹੈ। ਪਹਿਲਾਂ ਵੀ 2 ਹੀ ਕੈਟਾਗਰੀ ਸੀ, SDS ਐਂਡ ਨੌਨ SDS, ਸੋ ਉਹਦੇ ਵਿੱਚ ਹੀ ਵੀਜ਼ਾ ਮਿਲ ਰਹੇ ਸੀ ਔਰ ਹੁਣ ਵੀ ਉਹਨਾਂ ਵਿੱਚ ਹੀ ਵੀਜ਼ਾ ਮਿਲਣਗੇ। ਸਰ ਕਾਲਜ ਤੇ ਡਿਪੈਂਡ ਕਰਦਾ ਹੈ ਔਰ ਮੈਂ ਸਾਰੇ ਸਟੂਡੈਂਟਸ ਨੂੰ ਗਾਈਡ ਕਰਾਂਗਾ ਕਿ ਤੁਸੀਂ ਇੱਕ ਸਰਕਾਰੀ ਕਾਲਜ 'ਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰੋ। ਜੀ ਆਬਵੀਅਸਲੀ ਦੇਖੋ, ਅਗਰ ਕੋਈ ਸਟੂਡੈਂਟ ਅਪਲਾਈ ਕਰਦਾ ਤਾਂ ਉਹ ਜ਼ਰੂਰ ਚਾਹੁੰਦਾ ਵੀ ਮੇਰਾ ਵੀਜ਼ਾ ਆਏ, ਕੋਈ ਵੀ ਰਿਜੈਕਸ਼ਨ ਵਾਸਤੇ ਅਪਲਾਈ ਨਹੀਂ ਕਰਦਾ। ਸੋ ਹੁਣ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਨੂੰ ਧਿਆਨ ਦੇ ਵਿੱਚ ਰੱਖ ਕੇ, ਯਾਨੀ ਕਿ ਕੈਨੇਡਾ ਦਾ ਜਿਹੜਾ ਸਟੱਡੀ ਵੀਜ਼ਾ ਉਹ ਕਿਹੜੀ ਗੱਲਾਂ ਦੇ ਉੱਤੇ ਨਿਰਭਰ ਕਰਦਾ, ਡਿਪੈਂਡ ਕਰਦਾ ਹੈ? ਸੀ ਕੈਨੇਡਾ 'ਚ ਸਟੂਡੈਂਟ ਵੀਜ਼ਾ ਫਸਟ ਸਭ ਤੋਂ ਮੇਜਰ ਪੁਆਇੰਟ ਹੋ ਜਾਂਦਾ ਇੰਗਲਿਸ਼ ਰਿਕੁਆਇਰਮੈਂਟ। ਸੋ ਜੇ ਤੁਸੀਂ ਇੰਗਲਿਸ਼ ਰਿਕੁਆਇਰਮੈਂਟ ਫੁੱਲਫਿਲ ਕਰ ਰਹੇ ਹੋ ਤਾਂ ਕੈਨੇਡਾ ਦੇ ਸਟੂਡੈਂਟ ਵੀਜ਼ਾ ਲੱਗਣ ਦੇ ਬਹੁਤ ਵੱਡੇ ਚਾਂਸ ਹੈਗੇ ਆ। ਸੈਕਿੰਡ ਰਿਕੁਆਇਰਮੈਂਟ ਆ ਜਾਂਦੀ ਹੈ ਜੇ ਅਸੀਂ ਗੱਲ ਕਰੀਏ ਤਾਂ ਤੁਹਾਡੇ ਮਾਰਕਸ, ਤੁਹਾਡੀ ਜਿਹੜੀ ਲਾਸਟ ਸਟੱਡੀ, ਜਿਹੜੀ ਵੀ ਤੁਸੀਂ ਲਾਸਟ ਸਟੱਡੀ ਕੀਤੀ ਹੈ, ਚਾਹੇ ਤੁਸੀਂ +2 ਕੀਤੀ ਹੈ, ਚਾਹੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਜਾਂ ਤੁਸੀਂ ਮਾਸਟਰਸ ਕੀਤੀ ਹੈ। ਸੋ ਲਾਸਟ ਸਟੱਡੀਜ਼ ਵਿੱਚ ਤੁਹਾਡਾ ਮਾਰਕਸ ਕਿੱਦਾਂ ਦੇ ਹੈਗੇ ਸੀ, ਇਹ ਬਹੁਤ ਵੱਡਾ ਰੋਲ ਪਲੇ ਕਰਦੇ ਆ। ਸੋ ਤੁਸੀਂ ਆਈ ਡੋਂਟ ਨੋ ਕਿ ਤੁਸੀਂ ਕਿੰਨੀ ਜ਼ਿਆਦਾ ਕੰਸੈਂਟਰੇਸ਼ਨ ਦਿੰਦੇ ਹੋ ਆਪਣੇ ਮਾਰਕਸ 'ਤੇ। ਤੁਹਾਡੇ ਜੇ ਇੰਗਲਿਸ਼ ਆਈਲੈਟਸ 'ਚ ਮਾਰਕਸ ਘੱਟ ਹੋਣਗੇ ਪਰ ਜੇ ਤੁਹਾਡੇ ਅਕੈਡਮਿਕਲੀ ਮਾਰਕਸ ਜ਼ਿਆਦਾ ਹੋਣਗੇ ਤਾਂ ਤੁਹਾਡੀ ਪ੍ਰੋਫਾਈਲ ਪੋਜ਼ਿਟਿਵ ਹੈਗੀ ਹੈ, ਬਹੁਤ ਪੋਜ਼ਿਟਿਵ ਹੈਗੀ ਹੈ। ਥਰਡ ਗੱਲਾਂ ਹੋ ਜਾਂਦੀਆਂ ਤੁਹਾਡੀ ਐਨੂਅਲ ਇਨਕਮ ਔਰ ਤੁਹਾਡੀ ਸਟੇਬਿਲਿਟੀ ਇਨ ਇੰਡੀਆ, ਮਤਲਬ ਤੁਹਾਡੇ ਫਾਦਰ ਮਦਰ ਕੀ ਕਰਦੇ ਆ, ਤੁਹਾਡੀ ਸਟੇਬਿਲਿਟੀ ਕਿੰਨੀ ਹੈਗੀ ਹੈ ਇੰਡੀਆ 'ਚ, ਇਹ ਸਾਰੀਆਂ ਗੱਲਾਂ ਮੈਟਰ ਕਰਦੀਆਂ। ਫੋਰਥ ਚੀਜ਼ ਹੈਗੀ SOP, ਸਟੇਟਮੈਂਟ ਆਫ ਪਰਪਸ, ਜਸਟੀਫਿਕੇਸ਼ਨ, ਵਾਈ ਆਰ ਯੂ ਗੋਇੰਗ ਟੂ ਸਟੱਡੀ ਅਬਰੋਡ, ਕਿ ਜਿਹਦੇ ਵਿੱਚ ਤੁਸੀਂ ਆਪਣੀ ਫੈਮਿਲੀ ਬਾਰੇ ਲਿਖਦੇ ਹੋ, ਆਪਣੇ ਬਾਰੇ ਲਿਖਦੇ ਹੋ, ਜਿਹੜਾ ਤੁਸੀਂ ਕੋਰਸ ਲਿਖਿਆ ਚੂਜ਼ ਕੀਤਾ ਉਹਦੇ ਬਾਰੇ ਲਿਖਦੇ ਹੋ, ਜਿਹੜੇ ਤੁਸੀਂ ਕਾਲਜ 'ਚ ਜਾ ਰਹੇ ਹੋ ਉਹਦੇ ਬਾਰੇ ਲਿਖਦੇ ਹੋ, ਔਰ ਤੁਸੀਂ ਕੈਨੇਡਾ ਜਾ ਰਹੇ ਹੋ ਉਹਦੇ ਬਾਰੇ ਲਿਖਦੇ ਹੋ। ਸੋ ਇਹ 4 ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈਗੀਆਂ ਕੈਨੇਡਾ ਸਟੂਡੈਂਟ ਵੀਜ਼ਾ ਲੈਣ ਲਈ, ਔਰ ਤੁਸੀਂ ਇਹ 4 ਚੀਜ਼ਾਂ ਦਾ ਜੇ ਖਿਆਲ ਰੱਖਦੇ ਹੋ ਤਾਂ ਤੁਸੀਂ ਵੀਜ਼ਾ ਬਿਲਕੁਲ ਲੈ ਸਕਦੇ ਹੋ। ਔਰ ਤੁਸੀਂ ਸੋ SOP 'ਚ ਤੁਸੀਂ ਲਿਖਦੇ ਹੋ ਕਿ ਤੁਸੀਂ ਇਹ ਕਾਲਜ ਕਿਉਂ ਚੂਜ਼ ਕੀਤਾ, ਤੁਸੀਂ ਇਹ ਕੋਰਸ ਕਿਉਂ ਚੂਜ਼ ਕੀਤਾ, ਤਾਂ ਜਿਹੜਾ ਤੁਸੀਂ ਕਾਲਜ ਚੂਜ਼ ਕਰਦੇ ਹੋ ਉਹਦੇ ਤੇ ਵੀ ਬਹੁਤ ਵੱਡਾ ਡਿਪੈਂਡ ਕਰਦਾ ਤੁਹਾਡਾ ਸਟੂਡੈਂਟ ਵੀਜ਼ਾ। ਕਿਹੜੇ ਸਿਟੀ 'ਚ ਜਾ ਰਹੇ ਹੋ ਉਹਦੇ ਤੇ ਵੀ ਬਹੁਤ ਜ਼ਿਆਦਾ ਡਿਪੈਂਡ ਕਰਦਾ ਤੁਹਾਡਾ ਸਟੂਡੈਂਟ ਵੀਜ਼ਾ। ਜੀ ਸੋ ਹੁਣ ਜਦੋਂ ਸਟੂਡੈਂਟਸ ਆਨਲਾਈਨ ਵੀ ਅਗਰ ਐਡਮਿਸ਼ਨਸ ਲੈ ਰਹੇ ਨੇ ਤਾਂ ਲਾਈਕ ਦੇ ਰੈਡੀ
ਕਿ ਫੀਸ ਦੇਣ ਵਾਸਤੇ ਰੈਡੀ ਨੇ? ਬਹੁਤ ਵੱਡਾ ਸਟੂਡੈਂਟਸ ਬਹੁਤ ਜ਼ਿਆਦਾ ਇਸ ਟਾਈਮ ਕਨਫਿਊਜ਼ ਹੈ, ਜੋ ਮੈਂ ਰਿਐਲਿਟੀ ਤੁਹਾਡੇ ਨਾਲ ਸ਼ੇਅਰ ਕਰਾਂ ਕਿਉਂਕਿ ਡੇਲੀ ਮੈਂ ਵੀ ਸਟੂਡੈਂਟਸ ਨਾਲ ਗੱਲ ਕਰ ਰਿਹਾ। ਸਟੂਡੈਂਟਸ ਕਨਫਿਊਜ਼ ਹੈ, ਡਰਿਆ ਹੋਇਆ ਹੈ, ਬਟ ਮੈਂ ਤੁਹਾਨੂੰ ਕਹਾਂਗਾ ਕਿ ਜੇ ਤੁਸੀਂ ਇੱਕ ਸਹੀ ਕੰਸਲਟੈਂਟ ਦੀ ਚੋਣ ਕਰ ਲਈ ਹੈ ਔਰ ਜੇ ਕੰਸਲਟੈਂਟ ਤੁਹਾਡਾ ਪੂਰਾ ਪੱਖ ਲੈਣ ਨੂੰ ਤਿਆਰ ਹੈ, ਜੇ ਤੁਸੀਂ ਫੀ ਡਿਪੋਜ਼ਿਟ ਕਹਿ ਰਹੇ ਹੋ ਤਾਂ ਕੰਸਲਟੈਂਟ ਕਹਿੰਦਾ ਤੁਸੀਂ ਬਿਲਕੁਲ ਬੇਚਿੰਤ ਹੋ ਕੇ ਆਪਣੀ ਫੀਸ ਜਮ੍ਹਾਂ ਕਰਾ ਸਕਦੇ ਹੋ, ਤਾਂ ਮੇਰੇ ਹਿਸਾਬ ਨਾਲ ਤੁਸੀਂ ਆਪਣੀ ਫੀਸ ਜਮ੍ਹਾਂ ਕਰਾ ਸਕਦੇ ਹੋ। ਔਰ ਜੇ ਕੰਸਲਟੈਂਟ ਪੂਰੀ ਰਿਸਪੌਂਸਿਬਿਲਟੀ ਲੈਂਦਾ ਔਰ ਬਹੁਤ ਸਾਲਾਂ ਤੋਂ ਮਾਰਕੀਟ 'ਚ ਕੰਮ ਕਰ ਰਿਹਾ ਤਾਂ ਮੇਰੇ ਹਿਸਾਬ ਨਾਲ ਕੰਸਲਟੈਂਟ ਦੀ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਜਿਹੜੇ ਤੁਹਾਡੇ ਪੈਸੇ ਬਾਹਰ ਜਾਂਦੇ ਆ ਉਹਦੀ ਰਿਸਪੌਂਸਿਬਿਲਟੀ ਤੁਹਾਡੇ ਕੰਸਲਟੈਂਟ ਦੀ ਹੈਗੀ ਹੈ। ਤਾਂ ਲੈਂਡਮਾਰਕ ਇਮੀਗ੍ਰੇਸ਼ਨ, ਜੇ ਤੁਸੀਂ ਟਿਊਸ਼ਨ ਫੀਸ ਕਿਸੇ ਵੀ ਕਾਲਜ 'ਚ ਬਾਹਰ ਭੇਜੋਗੇ ਤਾਂ ਲੈਂਡਮਾਰਕ ਇਮੀਗ੍ਰੇਸ਼ਨ ਉਹਦੀ ਪੂਰੀ ਰਿਸਪੌਂਸਿਬਿਲਟੀ ਲਏਗਾ ਕਿ ਜਿੰਨੇ ਡਾਲਰ ਤੁਸੀਂ ਭੇਜੇ ਆ ਓਨੇ ਹੀ ਡਾਲਰ ਤੁਹਾਨੂੰ ਵਾਪਸ ਮਿਲਣ। ਸੋ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਜਦੋਂ ਅਸੀਂ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਹਾਂ। ਔਰ ਜਦੋਂ ਤੁਸੀਂ ਬਾਹਰ ਪੈਸੇ ਭੇਜਦੇ ਹੋ ਤਾਂ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ ਜਦੋਂ ਕਿ ਅਸੀਂ ਸਰਕਾਰੀ ਜਾਂ ਕਿਸੇ ਵੀ ਪ੍ਰਾਈਵੇਟ ਕਾਲਜ 'ਚ ਭੇਜ ਰਹੇ ਹਾਂ, ਜਦ ਤੱਕ ਤੁਹਾਡਾ ਕੰਸਲਟੈਂਟ ਤੁਹਾਨੂੰ ਗਾਈਡ ਕਰ ਰਿਹਾ ਸਹੀ ਢੰਗ ਨਾਲ। ਪਰ ਜੇ ਤੁਸੀਂ ਸ਼ੋਰ ਨਹੀਂ ਹੈਗੇ ਹੋ ਕਿ ਤੁਹਾਡਾ ਕੰਸਲਟੈਂਟ ਸਹੀ ਤਰੀਕੇ ਤੁਹਾਨੂੰ ਗਾਈਡ ਕਰ ਰਿਹਾ ਔਰ ਜਿਹੜੇ ਕਾਲਜ 'ਚ ਤੁਸੀਂ ਫੀਸ ਭੇਜ ਰਹੇ ਹੋ ਅੱਛਾ ਕਾਲਜ ਹੈਗਾ ਵੀ ਹੈ ਕਿ ਨਹੀਂ ਹੈਗਾ, ਤਾਂ ਤੁਸੀਂ ਆਪਣੀ ਫੀਸ ਨਾ ਭੇਜੋ। ਡਰਨ ਦੀ ਕੋਈ ਲੋੜ ਨਹੀਂ ਹੈਗੀ। ਦੇਖੋ ਅੱਜ ਦੇ 3 ਮਹੀਨੇ ਹੋ ਚੁੱਕੇ ਆ, ਹੋਰ 1-2 ਮਹੀਨੇ 'ਚ ਸਾਰੀ ਸਿਚੁਏਸ਼ਨ ਨਾਰਮਲ ਹੋ ਜਾਏਗੀ ਔਰ ਜਦੋਂ ਸਿਚੁਏਸ਼ਨ ਨਾਰਮਲ ਹੋ ਜਾਏਗੀ ਤਾਂ ਇੰਨਾ ਕੁ ਰਸ਼ ਹੋ ਜਾਏਗਾ ਸਾਰੇ ਕੰਟਰੀਆਂ ਦੇ ਸਟੂਡੈਂਟ ਵੀਜ਼ਾ ਅਪਲਾਈ ਕਰਨ ਲਈ ਕਿ ਤੁਹਾਨੂੰ ਵੇਟ ਕਰਨਾ ਪਏਗਾ ਆਫਰ ਲੈਟਰ ਲਈ, ਵੀਜ਼ਾ ਰਿਜ਼ਲਟਸ ਲਈ ਔਰ ਮੈਡੀਕਲ ਕਰਾਉਣ ਲਈ ਵੀ। ਜੀ, ਸੋ ਜਸਮੀਤ ਸਰ, ਸੈਪਟੈਂਬਰ ਇਨਟੇਕ ਤੁਹਾਨੂੰ ਲੱਗਦਾ ਵੀ ਹਲੇ ਵੀ ਸਾਡੇ ਕੋਲ ਟਾਈਮ ਹੈਗਾ ਬਚਿਆ? ਸੀ ਬਿਲਕੁਲ, ਜੇ ਕੁਝ ਕਾਲਜਸ ਇਦਾਂ ਦੇ ਹੈਗੇ ਆ ਜਿਹੜੇ 2 ਦਿਨ 'ਚ ਵੀ ਆਫਰ ਲੈਟਰ ਦੇ ਰਹੇ ਨੇ, ਸੋ ਜਿਹੜੇ ਫਾਸਟ ਆਫਰ ਲੈਟਰਸ ਦੇ ਰਹੇ ਨੇ ਤੁਸੀਂ ਉਹਨਾਂ ਕਾਲਜਸ 'ਚ ਬਿਲਕੁਲ ਸਪਟੈਂਬਰ ਇਨਟੇਕ ਅਪਲਾਈ ਕਰ ਸਕਦੇ ਹੋ। ਔਰ ਬਹੁਤ ਸਾਰੇ ਕਾਲਜਸ ਨੇ ਆਪਣਾ ਸਪਟੈਂਬਰ ਇਨਟੇਕ ਕਲੋਜ਼ ਕਰਤਾ, ਬਿਲਕੁਲ ਕਲੋਜ਼ ਕਰਤਾ, ਯਾਨੀ ਕਿ ਉਹਨਾਂ ਕੋਲ ਸੀਟਸ ਹੀ ਫਿਨਿਸ਼ ਹੋ ਚੁੱਕੀਆਂ। ਸੋ ਤੁਸੀਂ ਜਨਵਰੀ ਇਨਟੇਕ ਅਪਲਾਈ ਕਰ ਸਕਦੇ ਹੋ। ਸੋ ਜਿਹੜਾ ਵੀ ਇਨਟੇਕ ਤੁਸੀਂ ਲੈਣਾ ਚਾਹੁੰਦੇ ਹੋ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਸਪਟੈਂਬਰ ਜਾਂ ਜਨਵਰੀ, ਸੋ ਦੋਨੋਂ ਹੀ ਇਨਟੇਕ ਠੀਕ ਹੈਗੇ ਆ। ਔਰ ਤੁਸੀਂ ਜੇ ਕੰਸਲਟੈਂਟ ਤੁਹਾਨੂੰ ਐਡਵਾਈਸ ਕਰਦਾ ਸਪਟੈਂਬਰ ਵਾਸਤੇ ਜਾਂ ਜਨਵਰੀ ਵਾਸਤੇ ਤੁਸੀਂ ਚੂਜ਼ ਕਰ ਸਕਦੇ ਹੋ। ਔਰ ਜੇ ਤੁਸੀਂ ਲੱਗਦਾ ਹੈ ਕਿ ਤੁਹਾਡੀ ਆਫਰ ਲੈਟਰ 4 ਹਫ਼ਤੇ ਬਾਅਦ ਆਏਗੀ ਫਿਰ ਤੁਸੀਂ ਸਪਟੈਂਬਰ ਇਨਟੇਕ ਨਾ ਚੂਜ਼ ਕਰਕੇ ਜਨਵਰੀ ਇਨਟੇਕ ਚੂਜ਼ ਕਰੋ। ਜੀ, ਸੋ ਫਿਲਹਾਲ ਜੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਅੱਜ ਸਾਡੇ ਨਾਲ ਜਸਮੀਤ ਸਿੰਘ ਪਾਟਿਆ, ਸਟੱਡੀ ਵੀਜ਼ਾ ਐਕਸਪਰਟ, ਤੇ ਸਾਡੇ ਦਰਸ਼ਕ ਜੀ, ਸਾਡੇ ਵਿਦਿਆਰਥੀ, ਨੰਬਰ ਤੁਹਾਡੀ ਸਕਰੀਨ ਦੇ ਉੱਤੇ, ਇਹਨਾਂ ਨੰਬਰਾਂ ਨੂੰ ਤੁਸੀਂ ਜ਼ਰੂਰ ਨੋਟ ਡਾਊਨ ਕਰਿਆ ਕਰੋ ਜੀ ਤੇ ਆਪਣੇ ਵਾਸਤੇ ਸਮਾਂ ਕੱਢ ਕੇ ਤੁਸੀਂ ਇਹਨਾਂ ਨਾਲ ਗੱਲਬਾਤ ਜਿੱਥੇ ਕਰਨੀ ਆ ਉੱਥੇ ਹੀ ਆਨਲਾਈਨ ਪ੍ਰੋਸੈਸਿੰਗ ਦੇ ਜ਼ਰੀਏ ਆਪਣੀਆਂ ਐਡਮਿਸ਼ਨਸ ਅੱਜ ਵੀ ਤੁਹਾਨੂੰ ਮੌਕਾ ਮਿਲ ਰਿਹਾ ਜੀ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਆਪਣੇ ਸੁਪਨੇ ਪੂਰੇ ਕਰਨ ਦਾ। ਸੋ ਜਿੱਦਾਂ ਹੀ VFS ਓਪਨ ਹੁੰਦੇ ਨੇ ਜਾਂ ਐਮਬੈਸੀਜ਼ ਜਿਹੜੀਆਂ ਹੈਗੀਆਂ ਨੇ ਜੀ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ ਤੇ ਨਾਲ ਦੇ ਨਾਲ ਜਿੱਥੇ ਤਾਂ ਹੁਣ ਹੌਲੀ ਪ੍ਰੋਸੈਸ ਚੱਲ ਰਹੇ ਨੇ ਜੀ, ਨਾਲ ਦੇ ਨਾਲ ਵੀਜ਼ੇ ਆਣੇ ਸ਼ੁਰੂ ਹੋ ਜਾਣਗੇ ਜਲਦੀ ਹੀ। ਅਸੀਂ ਵੀ ਇਹੀ ਦੁਆ ਕਰਾਂਗੇ ਜੀ ਸਾਡੇ ਜਿਹੜੇ ਦਰਸ਼ਕ ਹੈਗੇ ਨੇ, ਸਾਡੇ ਜਿਹੜੇ ਵਿਦਿਆਰਥੀ ਹੈ, ਉਹ ਆਪਣਾ ਸਟੱਡੀ ਵੀਜ਼ਾ ਦਾ ਸੁਪਨਾ ਜਿਹੜਾ ਹੈਗਾ ਉਹ ਸਕਸੈਸਫੁਲੀ ਉਹਨੂੰ ਪੂਰਾ ਜ਼ਰੂਰ ਕਰਨ। ਸੋ ਫਿਲਹਾਲ ਸਰ ਜੀ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ ਸੋ ਮਚ। ਹੁਣ ਮੈਨੂੰ ਦਿਓ ਇਜਾਜ਼ਤ, ਅਗਲੀ ਵਾਰੀ ਫੇਰ ਮੁਲਾਕਾਤ ਕਰਾਂਗੇ। ਲੈਂਡਮਾਰਕ ਇਮੀਗ੍ਰੇਸ਼ਨ ਦਾ ਫੇਸਬੁੱਕ ਪੇਜ ਜਿੱਥੇ ਕਰ ਤੁਸੀਂ ਉਹਨੂੰ ਲਾਈਕ ਕਰਨਾ, ਆਪਣੇ ਸਵਾਲ ਤੁਸੀਂ ਉੱਥੇ ਛੱਡਣ ਦਾ ਤੁਹਾਨੂੰ ਅਸੀਂ ਮੌਕਾ ਦਿੰਦੇ ਹਾਂ ਤਾਂ ਕਿ ਤੁਹਾਡੇ ਸਵਾਲ ਅਸੀਂ ਇਸ ਮੰਚ ਦੇ ਉੱਤੇ ਡਿਸਕਸ ਕਰ ਸਕੀਏ। ਉੱਥੇ ਜੀ YouTube ਚੈਨਲ ਲੈਂਡਮਾਰਕ ਇਮੀਗ੍ਰੇਸ਼ਨ ਦਾ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਤੇ ਅਗਲੀ ਵਾਰ ਫੇਰ ਮੁਲਾਕਾਤ ਕਰਾਂਗੇ ਜੀ, ਆਪਣਾ ਖਿਆਲ ਰੱਖੋ। ਤੇ ਫਿਲਹਾਲ ਸਾਡੇ ਉਹ ਸਾਰੇ ਸਟੂਡੈਂਟਸ ਦੇ ਨਾਲ ਤੁਹਾਡੀ ਗੱਲਬਾਤ ਵੀ ਜ਼ਰੂਰ ਕਰਾਉਂਦੇ ਹਾਂ ਜੀ ਜਿਨ੍ਹਾਂ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੀਆਂ ਸਕਸੈਸ ਹਾਸਲ ਕੀਤੀਆਂ ਨੇ। ਕੀ ਕਹਿਣਾ ਉਹਨਾਂ ਦਾ, ਆਓ ਵੇਖਦੇ ਹਾਂ। Hello everyone, I Kushpreet Kaur Vig from Hoshiarpur and he's my husband and we recently got married and I today got my visa. I just got my visa in 1 day and I have passed my graduation in arts last year and I got 6.5 overall band and not less than 5.5. And to the esteemed service of Landmark Immigration from Jalandhar, especially I want to mention my counselor named Jaskira Singh. He advised me everything in detail. And today I got my visa through the help of Landmark Immigration of Salt College, Ontario, and today I am very happy. Good evening everyone, my name is Krishna, I am from Sunny Enclave Kharad and मैंने 2018 में +2 पास की थी 60% से। आफ्टर दैट 2 years बाद मैंने 2019 के अक्टूबर में मैंने IELTS की है जिसमें मेरे 6 बैंड आए हैं, 6 each। आफ्टर दैट मैंने लैंडमार्क इमिग्रेशन में मैंने अपनी फाइल लगाई है और 2 years के गैप के बावजूद भी उन्होंने मेरा बहुत ही जल्द से जल्द फाइल, मेरा बहुत जल्द ऑफर लेटर भी आ गया। आफ्टर
दैट मेरे 23rd ऑफ फैब मेरे बायोमेट्रिक हुआ, और यहाँ के स्टाफ बहुत अच्छे हैं, हेल्पफुल हैं, और थैंक्स टू लैंडमार्क इमिग्रेशन मैं सबको रिकमेंड करूंगी कि यहाँ पर आए और अपनी फाइल लगाएं।